ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦਾ ਮਹਾਨ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਸੋ ਗੁਰਬਾਣੀ ਸਤਿਗੁਰੂ ਜੀ ਨੇ ਗੁਰਮੁਖੀ ਦੇ ਵਿੱਚ ਉਚਾਰਨ ਕੀਤੀ ਹੈ। ਗੁਰਮੁਖੀ ਦੇ ਜੋ 35 ਅੱਖਰ ਹਨ, ਪਹਿਲੋਂ ਇਹਨਾਂ ਦੇ ਬਾਰੇ ਸਾਨੂੰ ਵਿਚਾਰ ਕਰਨੀ ਪਵੇਗੀ। ਜੋ ਗੁਰਮੁਖੀ ਦੇ 35 ਅੱਖਰ ਹਨ, ਇਹਨਾਂ ਬਾਰੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ। ਗੁਰਮੁਖੀ ਅੱਖਰਾਂ ਦੀ ਪਛਾਣ ਤੇ ਇਹਨਾਂ ਦਾ ਉਚਾਰਨ ਸਹੀ ਤਰੀਕੇ ਦੇ ਨਾਲ ਹੋਣਾ ਚਾਹੀਦਾ ਹੈ। ਸੋ ਇਹ ਜੋ ਆਪਾਂ ਗਰੁੱਪ ਤਿਆਰ ਕੀਤਾ ਹੈ, ਇਸ ਵਿੱਚ ਇਹ ਸਾਰੀਆਂ ਗੁਰਬਾਣੀ ਦੇ ਸੰਥਿਆ ਦੇ ਬਾਰੇ ਬੇਨਤੀਆਂ ਕੀਤੀਆਂ ਜਾਣਗੀਆਂ। ਇਸ ਕਰਕੇ ਵੀ ਜਿਹੜੇ ਸਿੰਘ, ਜਿਹੜੇ ਬੱਚੇ, ਛੋਟੇ ਭੁਜੰਗੀ ਭੁਜੰਗਣਾ ਜੋ ਗੁਰਦੁਆਰਾ ਸਾਹਿਬ ਆਉਣਾ ਤਾਂ ਸਾਰਿਆਂ ਨੂੰ ਜ਼ਰੂਰੀ ਚਾਹੀਦਾ। ਜਿਹੜੇ ਨਹੀਂ ਆਉਂਦੇ, ਉਹਨਾਂ ਦੇ ਵੀ ਮਾਤਾ ਪਿਤਾ, ਦਾਦਾ ਦਾਦੀ ਜੀ, ਉਹਨਾਂ ਨੂੰ ਗੁਰਮੁਖੀ ਅੱਖਰ ਪੜ੍ਹਾ ਸਕਦੇ ਹਨ ਔਰ ਉਹਨਾਂ ਨੂੰ ਦੱਸ ਸਕਦੇ ਹਨ। ਇਹਦੇ 'ਤੇ ਆਪਾਂ ਗੁਰਮੁਖੀ ਦੇ ਜੋ 35 ਅੱਖਰ ਹਨ ਉਹ ਪੜ੍ਹਦੇ ਹਾਂ। ਹੌਲੀ ਹੌਲੀ ਅੱਗੇ ਜਿਵੇਂ ਨਾਲ ਗੁਰਮੁਖ ਪਿਆਰੇ ਸਿੰਘ ਉਹ ਸੇਵਾ ਕਰਨਗੇ, ਉਸ ਤਰ੍ਹਾਂ ਆਪਾਂ ਵਿੱਚ ਲਿਖਤੀ ਤੌਰ 'ਤੇ ਵੀ ਇਹਦੇ ਪਾਵਾਂਗੇ ਤੇ ਬੋਲ ਕੇ ਵੀ, ਨਾਲ ਵੀਡੀਓ ਬਣਾ ਕੇ ਵੀ। ਤੋ ਇਹ ਇਸ ਤਰ੍ਹਾਂ ਰਲ ਮਿਲ ਕਰਕੇ ਆਪਾਂ ਗੁਰਬਾਣੀ ਦੀ ਵਿਚਾਰ ਔਰ ਗੁਰਮੁਖੀ ਅੱਖਰਾਂ ਦੀ ਵਿਚਾਰ, ਗੁਰਬਾਣੀ ਸੰਥਿਆ ਦੀ ਵਿਚਾਰ ਕਰ ਲਿਆ ਕਰਾਂਗੇ। ਔਰ ਇਹ ਛੋਟੇ ਬੱਚਿਆਂ ਵਾਸਤੇ ਆ ਤੇ ਵੱਡੇ ਵੀ ਆਪਾਂ ਰਲ ਮਿਲ ਕੇ ਵਿਚਾਰ ਕਰ ਸਕਦੇ ਹਾਂ। ਬਹੁਤੇ ਤਾਂ ਗੁਰਸਿੱਖ ਗੁਰਬਾਣੀ ਪੜ੍ਹਨ ਵਾਲੇ ਹਨ, ਬੇਅੰਤ ਬਾਣੀ ਪੜ੍ਹਨ ਵਾਲੇ ਹਨ, ਪਰ ਫਿਰ ਵੀ ਆਪਾਂ ਰਲ ਮਿਲ ਕਰਕੇ, ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਤੋ ਦਾਸ ਬੇਨਤੀ ਕਰੇਗਾ। ਔਰ ਕਈ ਐਸਾ ਹੁੰਦਾ ਵਾ ਵੀ ਕਈ ਅੱਖਰ ਜਿਹੜੇ ਹਨ, ਉਹਨਾਂ ਦਾ ਉਚਾਰਨ ਜਿਹੜਾ ਵਾ ਉਹ ਸੁਤੇ ਸਿੱਧੀ ਸਾਡੀ ਜ਼ੁਬਾਨ ਤੋਂ ਨਹੀਂ ਉਹ ਅੱਖਰ ਉਚਾਰਿਆ ਜਾਂਦਾ। ਕਈ ਵਾਰੀ ਇਲਾਕੇ ਦੀ ਬੋਲੀ ਇਸ ਤਰ੍ਹਾਂ ਦੀ ਵੀ ਉਹ ਅੱਖਰ ਜਿਹੜੇ ਨਹੀਂ ਬੋਲੇ ਜਾ ਸਕਦੇ। ਤੋ ਇਸ ਤਰੀਕੇ ਨਾਲ ਪਰ ਉਹ ਬੋਲਣ ਦਾ ਯਤਨ ਕਰਨਾ ਚਾਹੀਦਾ ਹੈ। ਤੋ ਆਪਾਂ 35 ਅੱਖਰ ਪੜ੍ਹਦੇ ਹਾਂ। ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ, ਖੱਖਾ, ਗੱਗਾ, ਘੱਗਾ, ঙੰਘਾ, ਚੱਚਾ, ਛੱਛਾ, ਜੱਜਾ, ਝੱਝਾ, ਞੰਞਾ, ਟੈਂਕਾ, ਠੱਠਾ, ਡੱਡਾ, ਢੱਡਾ, ਣਾਣਾ, ਤੱਤਾ, ਥੱਥਾ, ਦੱਦਾ, ਧੱਦਾ, ਨੱਨਾ, ਪੱਪਾ, ਫੱਫਾ, ਬੱਬਾ, ਭੱਬਾ, ਮੱਮਾ, ਯਈਆ, ਰਾਰਾ, ਲੱਲਾ, ਵਾਵਾ, ਅੜਾੜਾ। ਇਹ ਆ ਗੁਰਮੁਖੀ ਦੇ 35 ਅੱਖਰ। ਔਰ ਕੁਝ ਅੱਖਰ ਐਸੇ ਆ ਜਿਹੜੇ ਵੀ ਆਮ ਸਾਡੀ ਬੋਲੀ ਵਿੱਚ ਉਹਨਾਂ ਦੇ ਬੋਲਣ ਦਾ ਹੋਰ ਤਰੀਕਾ ਹੈ ਤੇ ਗੁਰਬਾਣੀ ਦੇ ਵਿੱਚ ਉਹ ਹੋਰ ਤਰੀਕੇ ਦੇ ਨਾਲ ਆਏ ਹਨ। ਉਹਨਾਂ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਮਿਲ ਬੈਠ ਕੇ ਕਰ ਸਕਦੇ ਹਾਂ, ਕਿਉਂਕਿ ਸਾਰੀ ਬੇਨਤੀ ਜਿਹੜੀ ਉਹ ਇਸ ਤਰ੍ਹਾਂ ਨਹੀਂ ਬੋਲੀ ਜਾ ਸਕਦੀ।
ਕੀਤੀ ਜਾ ਸਕਦੀ। ਊੜਾ ਐੜਾ ਆਮ ਆਪਣੀ ਬੋਲੀ 'ਚ ਐੜਾ ਹੀ ਬੋਲਿਆ ਜਾਂਦਾ, ਆਪਾਂ ਇਸ ਤਰ੍ਹਾਂ ਹੀ ਬੋਲਾਂਗੇ। ਉਂਝ ਜੋ ਗੁਰਬਾਣੀ ਦੇ ਵਿੱਚ ਪੱਟੀ ਲਿਖੀ ਇਹ ਬਾਣੀ ਹੈ, ਉੱਥੇ ਆਇੜਾ ਇਸ ਤਰੀਕੇ ਦੇ ਨਾਲ ਜੋ ਪੰਕਤੀ ਆਰੰਭ ਹੁੰਦੀ ਹੈ, ਤੇ ਉੱਥੋਂ ਲੈ ਕਰਕੇ ਕਈ ਗੁਰਮੁਖ ਇਹਨੂੰ ਆਇੜਾ ਵੀ ਬੋਲਦੇ ਹਨ, ਆਇੜਾ, ਪਰ ਆਮ ਬੋਲਿਆ ਜਾਂਦਾ ਐੜਾ ਇਸ ਤਰੀਕੇ ਨਾਲ। ਫਿਰ ਜੋ ਈੜੀ ਹੈ, ਆਪਾਂ ਆਮ ਈੜੀ ਬੋਲਦੇ ਹਾਂ। ਫਿਰ ਗੁਰਬਾਣੀ 'ਚ ਪੰਕਤੀ ਆਉਂਦੀ ਹੈ ਵੀ ਈਵੜੀ, ਉੱਥੋਂ ਲੈ ਕਰਕੇ ਕਈ ਗੁਰਮੁਖ ਇਸ ਨੂੰ ਈਵੜੀ ਵੀ ਬੋਲਦੇ ਹਨ। ਇਸੇ ਤਰ੍ਹਾਂ ਟੈਂਕੇ ਅੱਖਰ ਦੇ ਵਿੱਚ ਵੀ ਐਸੀ ਵਿਚਾਰ ਹੈ, ਜੋ ਗੁਰਬਾਣੀ ਦੇ ਵਿੱਚ ਜਿਸ ਤਰੀਕੇ ਨਾਲ ਆਇਆ ਹੈ। ਤੋ ਆਪਾਂ ਇਸ ਤਰੀਕੇ ਨਾਲ ਹੀ ਜਿਵੇਂ ਆਪਾਂ ਪੜ੍ਹੇ ਹਨ, ਇਸ ਤਰ੍ਹਾਂ ਇਹਨੂੰ ਪੜ੍ਹਾਂਗੇ। ਔਰ ਇੱਕ ਦੋ ਪਦ ਜਿਹੜੇ ਦੋ ਅੱਖਰ ਵਾ, ਉਹਨਾਂ ਦੀ ਵਿਚਾਰ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਉਹ ਜ਼ਿਆਦਾ ਮਹਿੰਗੇ ਹਨ। ਇੱਕ ੰਗਾ, ਜੋ ਕੱਕਾ, ਖੱਖਾ, ਗੱਗਾ, ਘੱਗਾ ਤੇ ਅਗਲਾ ਅੱਖਰ ਹੈ, ਇਹ ਦੂਸਰੀ ਪੰਕਤੀ ਦਾ 35 ਅੱਖਰਾਂ ਵਿੱਚੋਂ। ਇਹ ੰਗਾ, ੰਗੇ ਟਿੱਪੀ ੰਗੇ ਕੰਨਾ, ੰਗਾ। ਆਮ ਕਰਕੇ ਸਕੂਲਾਂ ਵਿੱਚ ਇਹਨੂੰ ਕਹਿ ਦਿੰਦੇ ਕਿ ੰਗਾ ਖਾਲੀ, ਉਹ ਖਾਲੀ ਕਹਿ ਦਿੰਦੇ, ਪਰ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ੰਗੇ ਨੂੰ ਖਾਲੀ ਨਹੀਂ ਛੱਡਿਆ, ੰਗੇ ਅੱਖਰ ਦੁਆਰਾ ਵੀ ਉਪਦੇਸ਼ ਦਿੱਤਾ। ਇਹ ਗਲੇ 'ਚੋਂ ਆਵਾਜ਼ ਚੁੱਕ ਕੇ ਉੱਪਰ ਨੱਕ ਵੱਲ ਨੂੰ ਜਾਂਦੀ ਆ, ਤੇ ਟਿੱਪੀ ੰਗੇ ਟਿੱਪੀ ੰਗੇ ਕੰਨਾ, ਔਰ ਅੰਦਰ ਹੀ ਇਹਦੀ ਆਵਾਜ਼ ਜਿਹੜੀ ਆ ਉਹ ਗਲੇ ਦੇ ਵਿੱਚ ੰਗਾ, ਇਸ ਤਰੀਕੇ ਦੇ ਨਾਲ ੰਗੇ ਟਿੱਪੀ ੰਗੇ ਕੰਨਾ। ਫਿਰ ਅੱਗੇ ਚੱਚਾ, ਇਹ ਜੋ ਪੰਕਤੀ ਹੈ ਇਹਦੇ ਤੇ ਅਖੀਰ ਤੇ ਜਾ ਕਰਕੇ ਝੱਜੇ ਤੋਂ ਮਗਰੋਂ ਜੋ ਆਉਂਦਾ ਹੈ ਝੱਜਾ, ਫਿਰ ඤඤਾ, ਇਹ ඤඤੇ ਟਿੱਪੀ ඤඤੇ ਕੰਨਾ, ਇਹਨੂੰ ਬੋਲਣਾ ඤඤਾ, ඤඤਾ। ਆਮ ਕਰਕੇ ਇਹਨੂੰ ਕਈ ਨਹੀਂਆਂ ਬੋਲ ਦਿੰਦੇ, ਕਈ ਹੋਰ ਤਰੀਕੇ ਨਾਲ ਗੁਰਮੁਖ। ਤਾਂ ਇਹ ਗੁਰਬਾਣੀ 'ਚ ਗੁਰੂ ਸਾਹਿਬ ਜੀ ਨੇ ඤඤੇ ਟਿੱਪੀ ඤඤੇ ਕੰਨਾ, ਇਸ ਤਰ੍ਹਾਂ ਇਹਦਾ ਉਚਾਰਨ ਮਹਾਰਾਜ ਸਾਹਿਬ ਜੀ ਨੇ ਲਿਖਿਆ ਹੈ, ਕੀਤਾ ਹੈ। ඤඤੇ ਟਿੱਪੀ ඤඤੇ ਕੰਨਾ, ඤඤਾ, ඤඤਾ, ਇਸ ਤਰ੍ਹਾਂ ਇਹ ਬੋਲਿਆ ਜਾਵੇਗਾ। ਆਮ ඤਈਆਂ ਇੰਜ ਕਰਕੇ ਬੋਲਦੇ ਹਨ, ਪਰ ඤඤਾ, ඤඤੇ ਟਿੱਪੀ ඤඤੇ ਕੰਨਾ, ඤඤਾ। ਇਹ ਗੁਰਬਾਣੀ ਦੇ ਵਿੱਚ ਕਈਆਂ ਸ਼ਬਦਾਂ ਦੇ ਵਿੱਚ ਇਹ ਦੋਵੇਂ ਅੱਖਰ ਆਉਂਦੇ ਹਨ। ਤੋ ਇਹ 35 ਅੱਖਰ ਜਿਹੜੇ ਜਿਨ੍ਹਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਉਚਾਰਨ ਕੀਤੀ ਹੈ, ਤੇ ਥੋੜ੍ਹੀ ਜਿਹੀ ਬੇਨਤੀ ਇੱਥੇ ਸਾਂਝੀ ਕੀਤੀ ਹੈ। ਤੋ ਇਸ ਕਰਕੇ ਆਪਾਂ ਰਲ ਮਿਲ ਕੇ ਵਿਚਾਰ ਕਰਾਂਗੇ ਗੁਰਬਾਣੀ ਦੇ ਬਾਰੇ, ਸੰਥਿਆ ਦੇ ਬਾਰੇ। ਤੋ ਇੰਨੀ ਬੇਨਤੀ ਪ੍ਰਵਾਨ ਕਰਨੀ, ਤੇ ਕਿਉਂਕਿ ਕਈ ਅੱਖਰ ਐਸੇ ਆ ਉਹ ਸੁਤੇ ਸਿੱਧ ਨਹੀਂ ਕਈ ਵਾਰੀ ਬੋਲੇ ਜਾਂਦੇ, ਪਰ ਇਹ ਬੋਲਣ ਦਾ ਯਤਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।